ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ, ਪੰਜਾਬ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗਦਾ ਆ ਰਿਹਾ ਹੈ। ਕਿਸੇ ਪਾਸੋਂ ਵੀ ਰਾਹਤ ਦੀ ਖਬਰ ਨਹੀਂ ਆ ਰਹੀ। ਤਾਂ ਖਾਸ ਕਰਕੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ। ਹੁਣ ਕੀ ਕੁਝ ਗੱਲਬਾਤ ਹੋਈ ਹੈ, ਕੀ ਝਟਕਾ ਲੱਗਿਆ, ਇਸ ਮਾਮਲੇ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਤੇ ਪੰਜਾਬ ਕੈਬਨਿਟ ਦੇ ਇੱਕ ਅਹਿਮ ਮੰਤਰੀ ਦੇ ਵੱਲੋਂ ਚੱਲਦੀ ਮੀਟਿੰਗ ਛੱਡ ਦਿੱਤੀ ਗਈ। ਇਹ ਮੀਟਿੰਗ ਉਹਨਾਂ ਦੇ ਵੱਲੋਂ ਚੱਲਦੀ ਹੋਈ ਕਿਉਂ ਛੱਡੀ ਗਈ, ਵਿਚਾਲੇ ਛੱਡ ਕੇ ਉਹ ਕਿਉਂ ਉੱਠ ਕੇ ਚਲੇ ਗਏ, ਕੀ ਕੁਝ ਗੱਲਬਾਤ ਹੋਈ ਮੀਟਿੰਗ ਦੇ ਵਿੱਚ, ਕੀ ਕੁਝ ਤਲਖੀ ਹੋਈ ਜਾਂ ਕੋਈ ਨਾਰਾਜ਼ਗੀ ਸੀ, ਕਿਸ ਕਰਕੇ ਉਹ ਛੱਡ ਕੇ ਗਏ, ਇਸ ਤੇ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆ ਕੇ ਕੁਝ ਬੋਲਿਆ ਗਿਆ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਾਫ਼ ਕੀਤੀਆਂ ਨੇ, ਆਪਣਾ ਸਟੈਂਡ ਸਪਸ਼ਟ ਕੀਤਾ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ, ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਤੇ, ਕਾਂਗਰਸ ਦੇ ਮਾਮਲੇ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ। ਕੀ ਕੁਝ ਉਹ ਕਹਿੰਦੇ ਨੇ, ਇਸ ਤੇ ਵੀ ਗੱਲਬਾਤ ਕਰਾਂਗੇ। ਤਾਂ ਆਖਰ ਦੇ ਵਿੱਚ ਗੱਲਬਾਤ ਕਰਾਂਗੇ ਕਿ SIT ਦੇ ਵੱਲੋਂ ਜਿਹੜੀ ਨਵੀਂ SIT ਬਣਾਈ ਗਈ ਹੈ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਲਈ, ਤਾਂ ਉਹ SIT ਦੇ ਵੱਲੋਂ ਕੱਲ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ। ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਕੀ ਕੁਝ ਹੋਇਆ ਉੱਥੇ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨੀ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਲਗਾਤਾਰ ਝਟਕੇ ਤੇ ਝਟਕਾ ਲੱਗਦਾ ਆ ਰਿਹਾ ਹੈ? ਜਿਹੜੇ ਕੁਝ ਮੰਤਰੀ ਸੀਗੇ ਉਹ ਪਹਿਲਾਂ ਬਾਗੀ ਹੋਏ ਸੀ, ਵਿਧਾਇਕ ਕੁਝ ਬਾਗੀ ਹੋਏ ਸੀ, ਤੇ ਜਿਹੜੇ ਪੁਰਾਣੇ ਉਹਨਾਂ ਦੇ ਖਿਡਾਰੀ ਸੀ, ਪੁਰਾਣੇ ਆਪਾਂ ਮੰਤਰੀ ਕਹਿ ਲਈਏ, ਹੰਸਰਾਜ ਜੋਸ਼ਨ ਹੋ ਗਏ, ਮਹਿੰਦਰ ਕੁਮਾਰ ਰਣਵਾ ਹੋ ਗਏ, ਉਹਨਾਂ ਦੇ ਵੱਲੋਂ ਵੀ ਜਿਹੜੇ ਪਾਰਟੀ ਛੱਡ ਦਿੱਤੀ ਗਈ। ਪਹਿਲਾਂ ਹੰਸਰਾਜ ਜੋਸ਼ਨ ਅਕਾਲੀ ਦਲ 'ਚ ਸ਼ਾਮਲ ਹੋਏ, ਫਿਰ ਮਹਿੰਦਰ ਕੁਮਾਰ ਕੱਲ ਰਣਵਾ ਸ਼ਾਮਲ ਹੋ ਗਏ। ਦੋਨਾਂ ਦੇ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ, ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਕਿਸੇ ਨੂੰ ਮਿਲਦੇ ਆ, ਨਾ ਕਿਸੇ ਦੀ ਗੱਲਬਾਤ ਸੁਣਦੇ ਆ, ਤੇ ਉਹ ਜਿਹੜੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੇ ਕਾਰਨ ਅਸੀਂ ਜਿਹੜੇ ਆ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਹਾਂ। ਕਿਵੇਂ ਦੇਖਦੇ ਹੋ ਕਿ ਇਸ ਦੀ ਜ਼ਿੰਮੇਵਾਰੀ ਕਿਹਦੀ ਤੈਅ ਹੋਣੀ ਚਾਹੀਦੀ ਹੈ ਕਿ ਵੱਡੇ ਤੁਹਾਡੇ ਸੀਨੀਅਰ ਕਾਂਗਰਸੀ ਲੀਡਰ ਜੇਕਰ ਪਾਰਟੀ ਛੱਡ ਜਾ ਰਹੇ ਨੇ ਤੁਹਾਡੇ ਤੇ ਇਲਜ਼ਾਮ ਲਗਾ ਕੇ, ਤਾਂ ਸੁਨੀਲ ਜਾਖੜ ਕਾਂਗਰਸ ਪ੍ਰਧਾਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ? ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਕਿ ਪਿਛਲੇ ਲਗਭਗ 4.5 ਸਾਲ ਤੋਂ ਕੈਪਟਨ ਸਾਹਿਬ ਸੱਤਾ 'ਚ ਹੈਗੇ ਨੇ ਔਰ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਨੇ, ਪਹਿਲਾਂ ਵੀ ਤੇ ਹੁਣ ਵੀ ਘਿਰ ਰਹੇ ਨੇ। ਔਰ ਇਹਦਾ ਵੱਡਾ ਕਾਰਨ ਇਹ ਹੈ ਕਿ ਲੋਕਾਂ ਨੇ ਇਸ ਲਈ ਉਹਨਾਂ ਨੂੰ ਚੁਣਿਆ ਸੀ ਇਸ ਵਾਰ ਕਿ ਉਹ ਸ਼ਾਇਦ 2002 ਔਰ 2007 ਵਾਲੀ ਜਿਹੜੀ ਪਾਰੀ ਹੈ ਉਹ ਉਹਨਾਂ ਦੀ ਰਿਪੀਟ ਹੋਏਗੀ। ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਵਾਰੀ ਬਹੁਤ ਵਧੀਆ ਕੰਮ ਉਹਨਾਂ ਨੇ ਕੀਤੇ ਸੀ ਲੋਕਾਂ ਲਈ ਔਰ ਪੰਜਾਬ ਨੂੰ ਜਿਹੜਾ ਹੈਗਾ ਅੱਗੇ ਲਿਜਾਣ ਦੇ ਵਿੱਚ ਕੋਸ਼ਿਸ਼ ਕੀਤੀ ਸੀਗੀ ਆਪਣੇ ਵੱਲੋਂ। ਪਰ ਇਸ ਵਾਰੀ ਕੀ ਹੋ ਗਿਆ, ਇਸ ਵਾਰੀ ਦਿੱਕਤ ਇਹ ਆਈ, ਇੱਕ ਤਾਂ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਉਮਰ ਦਾ ਤਕਾਜ਼ਾ ਹੋ ਗਿਆ, ਇੱਕ ਉਹਨਾਂ ਨੂੰ ਇਹ ਲੱਗਿਆ ਕਿ ਸ਼ਾਇਦ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਆਖਰੀ ਪਾਰੀ ਹੋਏਗੀ ਔਰ ਹੁਣ ਅਗਲੇ ਵਾਰੀ ਜਿਹੜਾ ਹੈਗਾ ਮੈਂ ਸੱਤਾ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਨਹੀਂ ਆਵਾਂਗਾ। ਸੋ ਉਹਨਾਂ ਨੇ ਖੁਦ ਹੀ ਇਹ ਐਲਾਨ ਕੀਤੇ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਪਰ ਹੋਇਆ ਕਿ ਜਦੋਂ ਹੁਣ ਨਵੀਂ ਪਾਰੀ ਜਦੋਂ ਵਾਰੀ ਆਉਣ ਵਾਲੀ ਹੈ, 22 ਦੀਆਂ ਚੋਣਾਂ ਆਉਣ ਵਾਲੀਆਂ ਨੇ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਫੇਰ ਦੁਬਾਰਾ ਮੁੱਖ ਮੰਤਰੀ ਦਾ ਚਿਹਰਾ ਬਣਾ। ਦਿਲ ਮੰਗੇ ਮੋਰ, ਆਪਾਂ ਨੂੰ ਪਤਾ ਹੈ ਕਿ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ, ਯੋਜਨਾਬੰਦੀਆਂ ਕਰ ਰਹੇ ਨੇ ਔਰ ਇੱਥੋਂ ਤੱਕ ਕਿ ਜਿਹੜੇ ਵੱਖ-ਵੱਖ ਮੁੱਦੇ ਸੀਗੇ, ਜਿਹੜੇ ਵੱਖ-ਵੱਖ ਵਾਅਦੇ ਉਹਨਾਂ ਨੇ ਕੀਤੇ ਸੀਗੇ, ਉਹ ਵੀ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਤਾਂ ਹੁਣ ਲਗਭਗ ਸਾਰੇ ਵਾਅਦੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 85% ਵਾਅਦੇ ਮੈਂ ਪੂਰੇ ਕਰ ਚੁੱਕਿਆ। ਪਰ ਹਕੀਕਤ ਦੇ ਵਿੱਚ ਕੀ ਹੈ ਕਿ ਹਕੀਕਤ ਦੇ ਵਿੱਚ ਕੁਝ ਨਹੀਂ ਸਾਹਮਣੇ ਆਇਆ। ਹੁਣ ਦਿੱਕਤ ਕਿੱਥੇ ਆ ਰਹੀ ਹੈ? ਦਿੱਕਤ ਇਹ ਆ ਰਹੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਕੈਪਟਨ ਸਾਹਿਬ ਤਾਂ ਪੰਜਾਬ 'ਚ ਬੜੇ ਹੀ ਨਹੀਂ ਔਰ ਕੈਪਟਨ ਸਾਹਿਬ ਦੁਬਾਰਾ ਤਿਆਰੀ ਖਿੱਚੀ ਫਿਰਦੇ ਨੇ। ਸੋ ਇਸ ਕਰਕੇ ਜਿਹੜੇ ਜਿਨ੍ਹਾਂ ਦੇ ਤੁਸੀਂ ਚਾਹੇ ਜੋਸ਼ਨ ਜੀ ਹੋਣ, ਜਿਹੜੇ ਕਿਸੇ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਦਾ ਏਰੀਆ ਹੈ ਜਾਖੜ ਸਾਹਿਬ ਦਾ, ਉਸ ਏਰੀਏ ਦੇ ਵੱਡੇ ਲੀਡਰ ਸੀਗੇ, ਚਾਹੇ ਕੱਲ ਰਣਵਾ ਜੀ ਹੋਣ, ਚਾਹੇ ਜੋਸ਼ਨ ਜੀ ਹੋਣ। ਇਹਨਾਂ ਦਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਇਹ ਇੱਕ ਮੈਨੂੰ ਲੱਗਦਾ ਹੈ ਕਿ ਵੱਡੀ ਘਟਨਾ ਹੈ ਔਰ ਇੱਕ ਵੱਡਾ ਜਿਹੜਾ ਹੈਗਾ ਸੰਕਟ
ਆਪਾਂ ਨੂੰ ਕਾਂਗਰਸ ਦੇ ਵਿੱਚ ਦਿਖਾਈ ਦੇ ਰਿਹਾ। ਇਸ ਤੋਂ ਵੀ ਇਲਾਵਾ ਤੁਸੀਂ ਦੇਖੋਗੇ ਕਿ ਕਾਂਗਰਸ ਦੇ ਵਿੱਚ ਖਾਸ ਤੌਰ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹਦੇ ਵਿੱਚ ਵੱਖ-ਵੱਖ ਗਰੁੱਪ ਜਿਹੜੇ ਨੇ, ਇੱਕ ਪਾਸੇ ਪੁਰਾਣੇ ਬੰਦੇ ਛੱਡ ਰਹੇ ਨੇ ਕਾਂਗਰਸ ਨੂੰ, ਦੂਜੇ ਪਾਸੇ ਜਿਹੜੇ ਮੌਜੂਦਾ ਚਾਹੇ ਉਹ ਐਮਐਲਏ ਸਾਹਿਬਾਨ ਹੋਣ ਚਾਹੇ ਮਿਨਿਸਟਰ ਸਾਹਿਬਾਨ ਹੋਣ, ਉਹਨਾਂ ਦੇ ਵਿੱਚ 4 ਜਾਂ 5 ਗਰੁੱਪ ਜਿਹੜੇ ਨੇ ਤੁਹਾਨੂੰ ਵੱਡੇ ਦਿਖਾਈ ਦੇਣਗੇ। ਉਹਦੇ ਵਿੱਚ ਤੁਸੀਂ ਦੇਖੋਗੇ ਕਿ ਪ੍ਰਤਾਪ ਸਿੰਘ ਬਾਜਵਾ ਦਾ ਗਰੁੱਪ ਹੈ ਔਰ ਦੁੱਲੋ ਸਾਹਿਬ ਉਹਨਾਂ ਦੇ ਨਾਲ ਨੇ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਵੱਡਾ ਗਰੁੱਪ ਹੈ ਉਹਦੇ ਵਿੱਚ। ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਜਿਵੇਂ ਹੁਣ ਤੁਸੀਂ ਕੱਲ ਅਰੁਣਾ ਜੀ ਦੀ ਗੱਲ ਕੀਤੀ ਸੀਗੀ, ਅਰੁਣਾ ਜੀ ਕੱਲ ਵਿਰੋਧ ਦੇ ਵਿੱਚ, ਆਪਾਂ ਨੂੰ ਪਤਾ ਹੈ ਕਿ ਕੱਲ ਉਹ ਜਿਹੜੀ ਮੀਟਿੰਗ ਹੋ ਰਹੀ ਸੀਗੀ, ਬਹੁਤ ਹੀ ਇੰਪੋਰਟੈਂਟ ਮੀਟਿੰਗ ਸੀਗੀ, ਉਹਦੇ ਵਿੱਚ ਉਹ ਜਲਦੀ ਛੱਡ ਕੇ ਚਲੇ ਗਏ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਲਗਾਤਾਰ ਜਿਹੜਾ ਹੈਗਾ ਗਰੁੱਪਿਜ਼ਮ ਵੱਧ ਰਿਹਾ ਹੈ ਔਰ ਇਹਦੇ ਵਿੱਚ ਜਿਹੜੇ ਵੱਡੇ ਮਸਲੇ ਆ ਰਹੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਨੇ। ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਕੋਸ਼ਿਸ਼ ਜਿਹੜੀ ਕੀਤੀ ਸੀਗੀ ਟਵੀਟ ਤੇ ਟਵੀਟ ਕਰਨ ਦੀ ਔਰ ਮੈਸੇਜ ਤੇ ਮੈਸੇਜ ਕਰਨ ਦੀ, ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਪਿਛਲੇ ਲਗਭਗ 1.5-2 ਮਹੀਨਿਆਂ ਤੋਂ। ਤੁਸੀਂ ਦੇਖੋਗੇ ਜਿਹੜੀ ਗਰੁੱਪਿਜ਼ਮ ਹੈ ਉਹ ਤੇਜ਼ੀ ਨਾਲ ਵੱਧ ਰਹੀ ਹੈ। ਔਰ ਕੱਲ ਜਿਹੜੀ ਨਵਜੋਤ ਸਿੰਘ ਨੇ ਗੱਲ ਕਹੀ ਹੈ, ਕੈਪਟਨ ਸਾਹਿਬ ਨੂੰ ਸਿੱਧਾ ਚੈਲੰਜ ਕੀਤਾ ਹੈ, ਬਹੁਤ ਵੱਡੀ ਗੱਲ ਇਹ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀਆਂ ਨੇ ਕਿਸੇ ਦੂਜੇ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਨਾ ਚਲਾਓ, ਜੇ ਸਿੱਧੀ ਗੱਲ ਕਰਨੀ ਹੈ ਮੇਰੇ ਨਾਲ ਸਿੱਧੀ ਗੱਲ ਕਰੋ, ਸਿੱਧਾ ਟੱਕਰੋ। ਕਹਿਣ ਤੋਂ ਮਤਲਬ ਉਹਨਾਂ ਦਾ ਇਹ ਹੈ ਕਿ ਸਿੱਧੇ ਨੂੰ ਸਿੱਧਾ, ਕੱਲੇ ਨੂੰ ਕੱਲਾ ਆਓ, ਫਿਰ ਮੈਂ ਦੇਖਾਂਗਾ ਕਿ ਕਿੰਨੀ ਕੁ ਤਾਕਤ ਹੈ ਤੁਹਾਡੇ 'ਚ। ਤੁਸੀਂ ਜਿਹੜੇ ਦੂਜਿਆਂ ਨੂੰ ਲਿਆ ਕੇ, ਦੂਜੇ ਜਿਹੜੇ ਲੋਕ ਨੇ ਉਹਨਾਂ ਦੇ ਬੰਦੂਕਾਂ ਤੇ ਰੱਖ ਕੇ ਤੁਸੀਂ ਬੰਦੂਕਾਂ ਚਲਾ ਰਹੇ ਹੋ, ਉਹਨਾਂ ਦੇ ਮੋਢਿਆਂ ਤੇ ਰੱਖ ਕੇ ਬੰਦੂਕਾਂ ਚਲਾ ਰਹੇ ਹੋ, ਇਹਦੇ ਨਾਲ ਕੁਝ ਨਹੀਂ ਮਿਲਣਾ। ਸੋ ਇਸ ਕਰਕੇ ਉਹਨਾਂ ਨੇ ਵੱਡਾ ਦੋਸ਼ ਜਿਹੜਾ ਹੈਗਾ ਕੈਪਟਨ ਸਾਹਿਬ ਤੇ ਲਾਇਆ। ਉਹਨਾਂ ਨੇ ਕਿਹਾ ਕਿ ਤੁਹਾਨੂੰ ਇਸ ਗੋਲੀ ਕਾਂਡ ਦੀ, ਕੋਟਕਪੂਰਾ ਗੋਲੀ ਕਾਂਡ ਹੋਵੇ ਚਾਹੇ ਬਾਈਬਲ ਕਲਾਂ ਗੋਲੀ ਕਾਂਡ ਹੋਵੇ, ਚਾਹੇ ਜਿਹੜਾ ਹੈਗਾ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਜਿਹੜੇ ਹੈਗਾ ਬੇਅਦਬੀ ਦਾ ਮਸਲਾ ਹੋਵੇ, ਉਹਨਾਂ ਨੇ ਕਿਹਾ ਕਿ ਇਹਦੇ ਲਈ ਤੁਹਾਨੂੰ ਜਿਹੜਾ ਹੈਗਾ ਜ਼ਿੰਮੇਵਾਰੀ ਓਟਣੀ ਪਏਗੀ। ਜੇ ਤੁਸੀਂ ਨਹੀਂ ਓਟਦੇ ਜ਼ਿੰਮੇਵਾਰੀ ਤਾਂ ਪ੍ਰਮਾਤਮਾ ਦੀ ਕਚਹਿਰੀ ਜਿਹੜੀ ਹੈਗੀ ਹੈ, ਕਚਹਿਰੀ ਦੇ ਵਿੱਚ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ। ਪ੍ਰਮਾਤਮਾ ਤੁਹਾਨੂੰ ਕਦੇ ਮਾਫ ਨਹੀਂ ਕਰੇਗਾ। ਸੋ ਇਸ ਕਰਕੇ ਬਹੁਤ ਵੱਡੇ ਸਵਾਲ ਕੈਪਟਨ ਸਾਹਿਬ ਉੱਤੇ ਨਵਜੋਤ ਸਿੰਘ ਸਿੱਧੂ ਨੇ ਕੱਲ ਲਾਏ ਨੇ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਲਗਾਤਾਰ ਪੋਲਰਾਈਜੇਸ਼ਨ ਹੋ ਰਹੀ ਹੈ, ਉਹਨਾਂ ਦੀ ਗਰੁੱਪਿਜ਼ਮ ਜ਼ਿਆਦਾ ਵੱਧ ਰਿਹਾ ਹੈ। ਔਰ ਉਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਕੱਲ ਜਿਹੜੀ ਅਰੁਣਾ ਜੀ ਨੇ, ਅਰੁਣਾ ਜੀ ਦੇ ਘਰ ਦੇ ਵਿੱਚ ਕੱਲ ਉਸ ਪਾਸੇ ਵੀ ਮੈਂ ਆਉਣਾ। ਆਪਾਂ ਜਿਹੜੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਮਹਿੰਦਰ ਕੁਮਾਰ ਰੈਣਾ, ਹੰਸਰਾਜ ਜੋਸ਼ੀ ਹੋਣਾ ਨੇ ਪਾਰਟੀ ਛੱਡੀ ਹੈ, ਕਿਤੇ ਨਾ ਕਿਤੇ ਇਲਜ਼ਾਮ ਲਾ ਕੇ ਗਏ ਨੇ, ਉਹਨੇ ਜ਼ਿੰਮੇਵਾਰੀ ਤੈਅ ਹੁੰਦੀ ਹੈ ਕਿ ਨਹੀਂ? ਬਿਲਕੁਲ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜ਼ਿੰਮੇਵਾਰੀ ਕੈਪਟਨ ਦੀ ਹੁੰਦੀ ਹੈ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਕਿ ਚਾਹੇ ਕੋਈ ਟੀਮ ਜਿੱਤਦੀ ਹੈ ਜਦੋਂ, ਤਾਂ ਵੀ ਜਦੋਂ ਤੁਸੀਂ ਦੇਖੋਗੇ ਕਿ ਟਰੋਫੀ ਲੈਣ ਕੌਣ ਜਾਂਦਾ ਹੈ? ਕੈਪਟਨ ਜਾਂਦਾ ਹੈ। ਔਰ ਜਦੋਂ ਟੀਮ ਹਾਰਦੀ ਹੈ ਤਾਂ ਵੀ ਜਿਹੜਾ ਹੈਗਾ ਜ਼ਿੰਮੇਵਾਰੀ ਸਾਰੀ ਕੈਪਟਨ ਤੇ ਹੁੰਦੀ ਹੈ। ਸੋ ਕੈਪਟਨ ਸਾਹਿਬ ਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇੱਥੋਂ ਤੱਕ ਕਿ ਜਿਹੜੇ ਜਾਖੜ ਸਾਹਿਬ ਨੇ, ਜਾਖੜ ਸਾਹਿਬ ਨੂੰ ਵੀ ਜ਼ਿੰਮੇਵਾਰੀ ਉਹਨਾਂ ਦੀ ਤੈਅ ਹੋਣੀ ਚਾਹੀਦੀ ਹੈ, ਕਿਉਂਕਿ ਜਾਖੜ ਸਾਹਿਬ ਸਾਰੀ, ਜਿਵੇਂ ਮੈਂ ਕਿਹਾ ਕਿ ਗਰੁੱਪਿਜ਼ਮ ਨੂੰ ਜਾਂ ਸਾਰੀ ਪਾਰਟੀ ਨੂੰ ਸੰਭਾਲਣਾ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਰੀ ਪਾਰਟੀ ਨੂੰ ਤੁਸੀਂ ਇਕਜੁੱਟ ਹੋ ਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਪ੍ਰਧਾਨਗੀ ਕਾਹਦੇ ਲਈ ਦਿੱਤੀ ਜਾਂਦੀ ਹੈ? ਪ੍ਰਧਾਨਗੀ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਪ੍ਰਧਾਨ ਦੇ ਤੌਰ ਤੇ ਸਾਰੀ ਪਾਰਟੀ ਨੂੰ, ਚਾਹੇ ਛੋਟਾ ਵਲੰਟੀਅਰ ਹੈ ਚਾਹੇ ਵੱਡਾ ਵਲੰਟੀਅਰ ਹੈ, ਚਾਹੇ ਮਿਨਿਸਟਰ ਹੈ ਚਾਹੇ ਐਮਐਲਏ ਹੈ, ਤੁਸੀਂ ਸਾਰਿਆਂ ਨੂੰ ਇੱਕ ਰਸਤੇ ਦੇ ਵਿੱਚ ਬੰਨਣਾ ਹੁੰਦਾ ਹੈ, ਤੁਸੀਂ ਇੱਕ ਲੜੀ ਦੇ ਵਿੱਚ ਪਰੋਣਾ ਹੁੰਦਾ ਹੈ, ਤਾਂ ਹੀ ਉਹ ਪਾਰਟੀ ਬਣਦੀ ਹੈ। ਜੇ ਉਹ ਲੜੀਆਂ ਖਿੱਲਰ ਜਾਣ, ਜੇ ਉਹ ਸਾਰਾ ਜਿਹੜਾ ਹੈਗਾ ਤੀਲਾ ਤੀਲਾ ਹੋ ਜਾਏ ਪਾਰਟੀ, ਤਾਂ ਇਹਦਾ ਮਤਲਬ ਇਹ ਹੈ ਕਿ ਪ੍ਰਧਾਨ ਜਿਹੜਾ ਹੈਗਾ ਉਹਦੀ ਕੋਈ ਚੱਲ ਨਹੀਂ ਰਹੀ, ਉਹਦੀ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ, ਉਹਦੀ ਬਹੁਤੀ ਸੁਣਵਾਈ ਨਹੀਂ ਹੋ ਰਹੀ, ਇਸ ਕਰਕੇ ਉਹ ਨਾਂ ਦਾ ਪ੍ਰਧਾਨ ਹੈ। ਸੋ ਉਹ ਵੀ ਉਹੀ ਲੋਕ ਜਾ ਰਹੇ ਨੇ ਇਸ ਵੇਲੇ। ਆਪਾਂ ਨੂੰ ਪਤਾ ਹੈ ਕਿ ਜਿਹੜੇ ਜਾਖੜ ਸਾਹਿਬ ਦੇ ਆਪਣੇ ਇਲਾਕੇ ਦੇ ਲੋਕ ਨੇ, ਚਾਹੇ ਉਹਨਾਂ ਦੇ ਵਿੱਚ ਪੁਰਾਣੇ ਮਿਨਿਸਟਰ ਵੀ ਨੇ, ਪੁਰਾਣੇ ਐਮਐਲਏ ਵੀ ਨੇ, ਔਰ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਲੋਕ, ਕੱਲਾ ਐਮਐਲਏ ਜਾਂ ਕੱਲਾ ਮਿਨਿਸਟਰ ਤਾਂ ਜਾਂਦਾ ਨਹੀਂ ਹੈ, ਉਹਦੇ ਨਾਲ ਬਹੁਤ ਸਾਰੀ ਜਿਹੜੇ ਹੋਰ ਜਨਤਾ ਹੁੰਦੀ ਹੈ, ਬਹੁਤ ਸਾਰੇ ਹੋਰ ਵਲੰਟੀਅਰ ਹੁੰਦੇ ਨੇ, ਉਹ ਵੀ ਪਾਰਟੀ ਦੇ ਵਿੱਚੋਂ ਸ਼ਿਫਟ ਹੁੰਦੇ ਨੇ। ਸੋ ਇੱਕ ਇਖਲਾਕੀ ਜ਼ਿੰਮੇਵਾਰੀ ਜਾਖੜ ਸਾਹਿਬ ਦੀ ਇਹ ਬਣਦੀ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਇਹਦੇ ਬਾਰੇ ਉਹ ਆਪਣਾ ਜਵਾਬ ਜਿਹੜਾ ਹੈਗਾ ਜ਼ਰੂਰ ਦੇਣ। ਦੂਜੇ ਪਾਸੇ ਜਦੋਂ ਅਸੀਂ ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਮੰਤਰੀਆਂ ਨੇ ਜਾਂ ਜਿਹੜੇ ਸਾਬਕਾ ਮੰਤਰੀ ਨੇ ਜੋ ਪਾਰਟੀਆਂ ਛੱਡ ਰਹੇ ਨੇ, ਉਹਨਾਂ ਦਾ ਬੁਨਿਆਦੀ ਦੋਸ਼ ਕੀ ਹੈ? ਬੁਨਿਆਦੀ ਉਹਨਾਂ ਦਾ ਦੋਸ਼ ਇਹ ਲਾਇਆ ਹੈ ਕੈਪਟਨ ਸਾਹਿਬ ਤੇ ਕਿ ਇਹ ਭਾਈ ਸਾਨੂੰ ਤਾਂ ਮਿਲਦੇ ਨਹੀਂ ਹੈਗੇ,
ਜਿਹੜਾ ਕੈਪਟਨ ਅੱਜ ਤੱਕ ਪੰਜਾਬ 'ਚ ਗੇੜਾ ਮਾਰਨ ਨਹੀਂ ਆਇਆ, ਚਾਹੇ ਉਹ ਕਰੋਨਾ ਦੀ ਮਹਾਮਾਰੀ ਹੋਈ ਹੋਵੇ, ਚਾਹੇ ਵੱਡੀਆਂ ਤੋਂ ਵੱਡੀਆਂ ਘਟਨਾਵਾਂ ਪੰਜਾਬ ਦੇ ਵਿੱਚ 4.5 ਸਾਲ ਹੋਈਆਂ ਨੇ, ਪਰ ਉਹਨਾਂ ਨੇ ਅੱਜ ਤੱਕ ਪੰਜਾਬ ਦੀ ਸਾਰ ਨਹੀਂ ਲਈ। ਔਰ ਕਹਿ ਇਹ ਦਿੱਤਾ ਜਾ ਰਿਹਾ ਹੈ ਕਿ ਸਾਰੇ ਵਾਅਦੇ ਪੂਰੇ ਹੋ ਰਹੇ ਨੇ, ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੈ, ਜਦੋਂ ਕਿ ਸਾਰਾ ਹੌਚ-ਪੌਚ ਆਪਾਂ ਨੂੰ ਪਤਾ ਹੈ ਕਿ ਹੋ ਰਿਹਾ ਹੈ। ਸੋ ਇਸ ਕਰਕੇ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਜਾਖੜ ਸਾਹਿਬ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ, ਕਿਉਂਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਜਿਹੜਾ ਹੁੰਦਾ ਟੀਮ ਦਾ, ਉਹਦੀ ਜ਼ਿੰਮੇਵਾਰੀ ਬਣਦੀ ਹੀ ਬਣਦੀ ਹੈ। ਜੇ ਕੈਪਟਨ ਸਹੀ ਹੈ, ਜੇ ਤੁਹਾਡਾ ਇੰਜਨ ਹੀ ਖੜਾ ਹੈ ਇਸ ਵੇਲੇ, ਜੇ ਇੰਜਨ ਹੀ ਖੜ ਗਿਆ ਤਾਂ ਉਹ ਰੇਲ ਗੱਡੀ ਕਿੱਥੇ ਪਹੁੰਚੇਗੀ? ਮੈਨੂੰ ਲੱਗਦਾ ਹੈ ਕਿ ਇਸ ਵੇਲੇ ਪੰਜਾਬ ਦੀ ਕਾਂਗਰਸ ਦੀ ਜਿਹੜੀ ਰੇਲ ਗੱਡੀ ਹੈ ਉਹ ਖੜ ਚੁੱਕੀ ਹੈ, ਔਰ ਉਹਦੇ ਚੋਂ ਜਿਹੜੇ ਵੱਖ-ਵੱਖ ਡੱਬੇ ਨੇ ਉਹ ਟੁੱਟ ਕੇ ਜਿਹੜੇ ਹੈਗੇ ਨੇ ਦੂਜੇ ਪਾਸੇ ਜਾਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ। ਹੁਣ ਇਹ ਅੱਗੇ ਕਿੱਥੇ ਤੱਕ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਮੈਨੂੰ ਲੱਗਦਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਦੀ ਜਿਹੜੀ ਇਹ ਰੇਲ ਗੱਡੀ ਹੈ, ਇਹਦੇ ਵਿੱਚੋਂ ਹੋਰ ਕਾਫੀ ਡੱਬੇ ਜਿਹੜੇ ਨੇ ਇੱਧਰ ਉੱਧਰ ਬਿਖਰ ਜਾਣਗੇ, ਤੇ 22 ਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਇਸ ਵੇਲੇ ਨਜ਼ਰ ਆ ਰਹੀਆਂ ਨੇ। ਕਿਉਂਕਿ ਜਦੋਂ ਤੁਸੀਂ ਇਕਜੁੱਟ ਨਹੀਂ ਹੁੰਦੇ, ਜਦੋਂ ਤੁਸੀਂ ਪਾਰਟੀ ਦੇ ਵਿੱਚੋਂ ਤੁਸੀਂ ਉਹਨਾਂ ਦੀ ਤੁਹਾਡੀ ਪੁੱਛ ਪ੍ਰਤੀਤ ਨਹੀਂ ਹੁੰਦੀ, ਤੁਹਾਡੀ ਕੋਈ ਸੁਣੀ ਨਹੀਂ ਜਾਂਦੀ, ਤਾਂ ਲਾਜ਼ਮੀ ਤੌਰ ਤੇ ਜਿਹੜੀ ਨਿਰਾਸ਼ਾ ਹੈ ਵਰਕਰਾਂ ਦੇ ਵਿੱਚ, ਵਲੰਟੀਅਰਸ ਦੇ ਵਿੱਚ, ਜਾਂ ਲੀਡਰ ਸਾਹਿਬਾਨ ਦੇ ਵਿੱਚ, MLA ਸਾਹਿਬਾਨ ਦੇ ਵਿੱਚ, ਤਾਂ ਉਹਦਾ ਹੋਣਾ ਸੁਭਾਵਿਕ ਹੈ। ਸੋ ਇਸ ਕਰਕੇ ਬੇਸ਼ੱਕ ਜਿਹੜੇ ਥੱਲੜੇ ਲੈਵਲ ਦੇ ਜਿਹੜੇ ਲੀਡਰ ਨੇ ਕੈਪਟਨ ਸਾਹਿਬ ਨੂੰ ਛੱਡ ਕੇ, ਉਹ ਆਪਸ ਦੇ ਵਿੱਚ ਕਦੇ ਚਾਹ ਤੇ ਚਰਚਾ ਕਰ ਰਹੇ ਨੇ, ਕਦੇ ਡਿਨਰਾਂ ਤੇ ਚਰਚਾ ਕਰ ਰਹੇ ਨੇ, ਪਰ ਸੁਣਵਾਈ ਕਿਸੇ ਦੀ ਨਹੀਂ ਹੋ ਰਹੀ। ਉੱਪਰ ਤੱਕ ਜਿਹੜੀ ਸੁਣਵਾਈ ਹੈ ਉਹ ਕਿਸੇ ਦੀ ਨਜ਼ਰ ਨਹੀਂ ਆ ਰਹੀ, ਜਿਹਦੇ ਕਰਕੇ ਜਿਹੜਾ ਹੈਗਾ ਇੱਕ ਵੱਡਾ ਖਲਾਅ ਪੰਜਾਬ ਦੀ ਕਾਂਗਰਸ ਦੇ ਵਿੱਚ ਪੈ ਚੁੱਕਿਆ, ਪੈਦਾ ਹੋ ਚੁੱਕਿਆ। ਸੋ ਇਹ ਖਲਾਅ ਜਿਹੜਾ ਹੈਗਾ ਇਹ ਕਦੋਂ ਤੱਕ ਭਰਿਆ ਜਾਏਗਾ ਜਾਂ ਨਹੀਂ ਭਰਿਆ ਜਾਏਗਾ ਇਹ ਸਮਾਂ ਦੱਸੇਗਾ, ਪਰ ਜੋ ਸਾਨੂੰ ਨਜ਼ਰ ਆ ਰਿਹਾ ਹੈ ਉਹ ਇਹੀ ਹੈ ਕਿ ਇਹ ਖਲਾਅ ਜਿਹੜਾ ਹੈਗਾ ਹੋਰ ਵਧੇਗਾ, ਇਹ ਪਾੜਾ ਹੋਰ ਵਧੇਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਕਾਂਗਰਸ ਨੂੰ ਇੱਕ ਵੱਡਾ ਨੁਕਸਾਨ ਜਿਹੜਾ ਹੈਗਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਕੱਲ ਕੈਬਨਿਟ ਦੀ ਮੀਟਿੰਗ ਹੋਈ, ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਕਿ ਅਰੁਣਾ ਚੌਧਰੀ ਜਿਹੜੇ ਮੰਤਰੀ ਹੈ ਉਹ ਵਿੱਚ ਹੀ ਮੀਟਿੰਗ ਛੱਡ ਕੇ ਚਲੇ ਗਏ। ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਕਿ ਉਹਨਾਂ ਦੇ ਵੱਲੋਂ ਇਹ ਮੀਟਿੰਗ ਛੱਡ ਕੇ ਕਿਉਂ ਪਾਸੇ ਹੋ ਗਏ। ਤਾਂ ਕੀ ਲੱਗਦਾ ਕਿ ਨਾਰਾਜ਼ਗੀ ਹੋ ਸਕਦੀ ਹੈ, ਕਿਉਂਕਿ ਪਿਛਲੇ ਦਿਨੀ ਮੀਟਿੰਗਾਂ ਦਾ ਵੀ ਦੌਰ ਜਾਰੀ ਸੀ, ਕੱਲ ਵੀ ਕਹਿੰਦੇ ਮੀਟਿੰਗ ਹੋਈ ਸੀ, ਤੇ ਕੀ ਲੱਗਦਾ ਕਿ ਨਾਰਾਜ਼ਗੀ ਦੇ ਕਾਰਨ ਹੀ, ਧੜੇਬੰਦੀ ਦੇ ਕਾਰਨ ਹੀ ਹੋ ਸਕਦਾ ਹੈ ਕਿ ਅਰੁਣਾ ਚੌਧਰੀ ਦੇ ਵੱਲੋਂ ਜਿਹੜਾ ਮੀਟਿੰਗ ਛੱਡ ਦਿੱਤੀ ਗਈ ਹੋਵੇ? ਕਿਉਂਕਿ ਕੱਲ ਖਬਰਾਂ ਇਹ ਵੀ ਆਈਆਂ ਸੀ ਕਿ ਹੋ ਸਕਦਾ ਹੈ ਕਿ ਮੰਤਰੀ ਅਰੁਣਾ ਚੌਧਰੀ ਤੇ ਚਰਨਜੀਤ ਚੰਨੀ ਨੂੰ ਹਟਾ ਦਿੱਤਾ ਜਾਵੇ, ਸੰਗਤ ਸਿੰਘ ਗਿਲਜੀਆਂ ਤੇ ਕੁਲਦੀਪ ਸਿੰਘ ਵੈਦ ਦੀ ਜਿਹੜੀ ਕੈਬਨਿਟ ਦੇ ਵਿੱਚ ਐਂਟਰੀ ਹੋ ਸਕੇ। ਸੁਖਵਿੰਦਰ ਜੀ, ਤੁਸੀਂ ਦੇਖੋਗੇ ਕਿ ਜਿਹੜੀ ਕੱਲ ਦੀ ਮੀਟਿੰਗ ਸੀ, ਹਾਲਾਂਕਿ ਮੀਟਿੰਗ ਬਹੁਤ ਇੰਪੋਰਟੈਂਟ ਮੀਟਿੰਗ ਸੀਗੀ, ਕੋਵਿਡ-19 ਦੇ ਬਾਰੇ ਉਹਦੇ ਜਿਹੜੇ ਵੱਖਰੇ ਇੰਤਜ਼ਾਮ ਕਰਨੇ ਸੀਗੇ ਔਰ ਵੱਖਰੇ ਜਿਹੜੇ ਫੈਸਲੇ ਲੈਣੇ ਸੀਗੇ, ਉਹਦੇ ਬਾਰੇ ਬਹੁਤ ਗੰਭੀਰ ਮੀਟਿੰਗ ਹੋ ਰਹੀ ਸੀਗੀ। ਇਹਦੇ ਬਾਵਜੂਦ ਅਰੁਣਾ ਜੀ ਦਾ ਵਿੱਚ ਵਿਚਾਲੇ ਛੱਡ ਕੇ ਜਾਣਾ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਸਾਰਾ ਕੁਝ ਸਭ ਅੱਛਾ ਨਹੀਂ ਚੱਲ ਰਿਹਾ। ਇਹਦੇ ਮਤਲਬ ਹੈ ਕਿ ਸਾਡੇ ਜਿਹੜੇ ਇਹ ਵੱਖਰੇ ਲੀਡਰ ਸਾਹਿਬਾਨ ਨੇ, ਔਰ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਮੰਤਰੀ ਨੇ ਪੰਜਾਬ ਦੇ, ਸੋ ਉਹਨਾਂ ਦਾ ਇਸ ਮੀਟਿੰਗ ਤੋਂ ਬਾਹਰ ਜਾਣਾ ਔਰ ਵਾਕਆਊਟ ਕਰ ਜਾਣਾ, ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਰੱਖੇ ਹੈ ਇਸ ਗੱਲ ਨੇ। ਸੋ ਇੱਥੋਂ ਇਹੀ ਲੱਗ ਰਿਹਾ ਹੈ ਕਿ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਜਿਹੜੀ ਫੁੱਟ ਹੈ, ਜਿਹੜੀ ਪਾੜਾ ਹੈ, ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੋਜੀਸ਼ਨਾਂ ਨੇ ਉਹ ਚੇਂਜ ਕੀਤੀਆਂ ਜਾਣੀਆਂ ਨੇ, ਔਰ ਵੱਖਰੇ ਜਿਹੜੇ ਮੰਤਰੀ ਸਾਹਿਬਾਨ ਨੇ ਹੋ ਸਕਦਾ ਬਦਲੇ ਜਾਣ। ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਕਾਂਗਰਸ ਦੀ ਜਿਹੜੀ ਖਾਸ ਤੌਰ ਤੇ ਕੈਪਟਨ ਸਾਹਿਬ ਦੀ ਜਿਹੜੀ ਬੇੜੀ ਹੈ, ਜਿਹੜੀ ਕਿਸ਼ਤੀ ਹੈ, ਉਹ ਡੁੱਬ ਰਹੀ ਹੈ, ਔਰ ਉਹਦੇ ਵਿੱਚ ਜਿਹੜੇ ਬੈਠਣ ਦੀ ਕੋਸ਼ਿਸ਼ ਕਰ ਰਹੇ ਨੇ, ਕੁਝ ਉਹਦੇ 'ਚ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਕਰਕੇ ਉਹ ਸਮਾਂ ਦੇਖ ਰਹੇ ਨੇ ਕਿ ਕਦੋਂ ਅਸੀਂ ਬੈਠੀਏ। ਕੋਈ ਕਹਿੰਦਾ ਅਸੀਂ ਬੈਠਣਾ ਚਾਹੁੰਦਾ ਹੈ, ਕੋਈ ਉਹਨਾਂ 'ਚ ਉਤਰਨਾ ਚਾਹੁੰਦਾ ਹੈ। ਸੋ ਇਸ ਕਰਕੇ ਉਹ ਡੁੱਬਦੀ ਬੇੜੀ ਨੂੰ ਕਿਵੇਂ ਪਾਰ ਲਾਇਆ ਜਾਏਗਾ, ਕਿਵੇਂ ਉਹ 22 ਤੱਕ ਲੈ ਕੇ ਜਾਣਗੇ, ਸੋ ਇਹ ਤਾਂ ਇੱਕ ਸਮਾਂ ਦੱਸੇਗਾ। ਪਰ ਇਸ ਵੇਲੇ ਕਾਂਗਰਸ ਦੀ ਔਰ ਖਾਸ ਤੌਰ ਤੇ ਕੈਪਟਨ ਸਾਹਿਬ ਦੀ ਜਿਹੜੀ ਬੇੜੀ ਹੈ ਉਹ ਡੁੱਬਣ ਦੇ ਕਿਨਾਰੇ ਆਈ ਹੋਈ ਹੈ, ਉਹਦੇ ਵਿੱਚ ਕੋਈ ਬੈਠਣਾ ਨਹੀਂ ਚਾਹੁੰਦਾ। ਔਰ ਇਸ ਕਰਕੇ ਤੁਸੀਂ ਦੇਖੋਗੇ ਕਿ ਲੋਕ ਜਿਹੜੇ ਨੇ ਖਾਸ ਤੌਰ ਤੇ ਤੁਸੀਂ ਨਾਮ ਵੀ ਲਏ ਨੇ, ਔਰ ਲੋਕ ਇਹਨਾਂ ਨੂੰ ਛੱਡ ਕੇ ਜਾ ਰਹੇ ਨੇ, ਕਾਂਗਰਸ ਚੋਂ ਪਾਸਾ ਵੱਟ ਰਹੇ ਨੇ।
ਔਰ ਇਹਨਾਂ ਦੀਆਂ ਮੀਟਿੰਗਾਂ ਦਾ ਬਾਈਕਾਟ ਹੋ ਰਿਹਾ। ਇੱਥੋਂ ਤੱਕ ਕਿ ਜਿਹੜੇ ਵੱਖ-ਵੱਖ ਜਿਹੜੇ ਆਪਾਂ ਕਹਿ ਸਕਦੇ ਕਿ ਮਿਨਿਸਟਰ ਸਾਹਿਬਾਨ ਨੇ, ਉਹਨਾਂ ਦੇ ਵਿੱਚ ਵੀ ਜਿਹੜੀ ਧੜੇਬੰਦੀ ਬਹੁਤ ਤੇਜ਼ੀ ਦੇ ਨਾਲ ਉੱਭਰ ਰਹੀ ਹੈ। ਵੱਖ-ਵੱਖ ਮਿਨਿਸਟਰ ਜਿਹੜੇ ਨੇ ਉਹ ਵੱਖ-ਵੱਖ ਧੜੇਬੰਦੀਆਂ ਦੇ ਵਿੱਚ ਵੱਡੇ ਹੋਏ ਨੇ। ਸੋ ਇਹਦਾ ਹੱਲ ਕੀ ਹੋਏਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿਵੇਂ ਕੰਟਰੋਲ ਕੀਤਾ ਜਾਏਗਾ, ਕਿਵੇਂ ਇਸ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਜਿਹੜੇ ਹੈਗੇ ਨੇ, ਆਪਾਂ ਕਹਿ ਸਕਦੇ ਹਾਂ ਕਿ ਅੱਜ ਪੰਜਾਬ ਦੀ ਜਿਹੜੀ ਕਾਂਗਰਸ ਹੈ, ਇਹ ਇੱਕ ਬਹੁਤ ਵੱਡੇ ਫੁੱਟ ਦਾ ਸ਼ਿਕਾਰ ਹੋ ਚੁੱਕੀ ਹੈ। ਇਹਦੀਆਂ ਫੁੱਟ ਜਿਹੜੀ ਹੈਗੀ ਹੈ ਸਹੀ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ, ਕਿਉਂਕਿ ਉਹਦਾ ਵੱਡਾ ਕਾਰਨ ਇਹੀ ਹੈ ਕਿ ਜਿਹੜੀ ਸੈਂਟਰ ਦੀ ਜਿਹੜੀ ਹਾਈ ਕਮਾਂਡ ਹੈ, ਔਰ ਉਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਜਿਹੜੀ ਗਰੁੱਪਿਜ਼ਮ ਹੈ ਉਹ ਜ਼ਿਆਦਾ ਤੇਜ਼ੀ ਨਾਲ ਉੱਥੇ ਵੀ ਵੱਧ ਰਿਹਾ ਹੈ। ਔਰ ਉੱਥੇ ਵੀ ਜਿਹੜਾ ਗਰੁੱਪਿਜ਼ਮ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਫੈਲ ਚੁੱਕਿਆ ਹੈ। ਔਰ ਉਹਦਾ ਵੱਡਾ ਕਾਰਨ ਇਹੀ ਹੈ, ਨਤੀਜਾ ਇਹ ਨਿਕਲ ਰਿਹਾ ਕਿ ਜਿਹੜੀ ਸੈਂਟਰ ਦੀ ਕਾਂਗਰਸ ਹੈ ਉਹ ਵੱਖ-ਵੱਖ ਸਟੇਟਾਂ ਦੇ ਵਿੱਚ ਆਪਣੀ ਹਾਰ ਜਿਹੜੀ ਹੈਗੀ ਹੈ ਉਹਦੀ ਜਾਰੀ ਹੈ। ਔਰ ਹੁਣੀ ਜਿਹੜੀਆਂ ਤਾਜ਼ਾ ਚੋਣਾਂ ਹੋ ਕੇ ਹਟੀਆਂ ਨੇ, ਉਹਦੇ ਵਿੱਚ ਕੋਈ ਬਹੁਤ ਹੀ ਵੱਡਾ ਮਾਰਕਾ ਜਿਹੜਾ ਹੈਗਾ ਨਹੀਂ ਮਾਰ ਸਕੀ ਕਾਂਗਰਸ, ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਨਿਰਾਸ਼ਾ ਇਸ ਵੇਲੇ ਪੰਜਾਬ ਦੀ ਕਾਂਗਰਸ ਦੇ ਵਿੱਚ ਵੀ, ਔਰ ਸੈਂਟਰ ਦੀ ਜਿਹੜੀ ਕਾਂਗਰਸ ਹੈ ਹਾਈ ਕਮਾਂਡ ਹੈ ਉਹਦੇ ਵਿੱਚ ਵੀ ਨਿਰਾਸ਼ਾ ਤੁਹਾਨੂੰ ਨਜ਼ਰ ਆਏਗੀ। ਸੋ ਉਸ ਨਿਰਾਸ਼ਾ ਦਾ ਨਤੀਜਾ ਹੈ ਕਿ ਵੱਖ-ਵੱਖ ਧੜੇਬੰਦੀਆਂ, ਵੱਖ-ਵੱਖ ਦੂਸ਼ਣਬਾਜ਼ੀ ਜਿਹੜੀ ਹੈਗੀ ਹੈ ਇੱਕ ਦੂਜੇ ਦੇ ਉੱਤੇ ਪ੍ਰੈਸ ਵਿੱਚ ਜਾ ਕੇ ਜਾਂ ਟਵੀਟਾਂ ਦੇ ਰਾਹੀਂ, ਇਹ ਹੋਣੀ ਸੁਭਾਵਿਕ ਗੱਲਾਂ ਨੇ। ਸੋ ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈ ਤੁਸੀਂ ਦੇਖੋਗੇ ਕਿ ਪੰਜਾਬ ਦੀ ਕਾਂਗਰਸ ਦੇ ਲਈ ਕਾਫੀ ਸੰਕਟ ਭਰਪੂਰ ਸਮਾਂ ਹੈਗਾ ਜੀ। ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈ ਉਹ ਅਸਤੀਫਾ ਜਦੋਂ ਤੋਂ ਉਹਨਾਂ ਨੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਚੁੱਪ ਸੀਗੇ, ਹਾਲਾਂਕਿ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਸੀ। ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਵੀ ਬੋਲੇ ਨੇ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਵੀ ਸਟੈਂਡ ਸਪਸ਼ਟ ਕੀਤਾ। ਉਹ ਕਹਿੰਦੇ ਕਿ ਮੇਰੀ ਉਹਦੇ ਨਾਲ ਮੀਟਿੰਗ ਜ਼ਰੂਰ ਹੋਈ ਹੈ, ਪਰ ਮੈਂ ਕਿਸੇ ਸਿਆਸਤ ਕਰਨ ਦੇ ਮਕਸਦ ਦੇ ਨਾਲ ਨਹੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ। ਬਹੁਤ ਸਾਰੇ ਕਹਿੰਦੇ ਵਿਧਾਇਕ ਸਾਨੂੰ ਇਹ ਗੱਲ ਕਹਿ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਵੀ ਉਹੀ ਮੁੱਦਾ ਚੱਕ ਰਹੇ ਆ, ਤੁਸੀਂ ਵੀ ਉਹੀ ਮੁੱਦਾ ਚੱਕ ਰਹੇ, ਕਿ ਉਹਨੂੰ ਇਕੱਠੇ ਹੋ ਕੇ ਇਸ ਤੇ ਆਵਾਜ਼ ਬੁਲੰਦ ਕੀਤੀ ਜਾਵੇ। ਤਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੱਲ੍ਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਮੈਂ ਜਿਹੜਾ ਆਪਣੇ ਸਟੈਂਡ ਤੇ ਖੜਾ, ਮੈਂ ਇਸ ਮਾਮਲੇ ਦੇ ਵਿੱਚ ਜਿਹੜਾ ਉਹਨਾਂ ਨੇ ਸਟੈਂਡ ਲਿਆ ਕਿ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਨਸ਼ੇ ਦੇ ਮਾਮਲੇ 'ਤੇ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕੀਤਾ। ਉਹ ਕਹਿੰਦੇ ਮੈਂ ਜਿੱਥੇ ਖੜਾ ਉੱਥੇ ਹੀ ਖੜਾ। ਤਾਂ ਕਾਂਗਰਸ ਛੱਡਣ ਬਾਰੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਮੇਰੇ ਕਾਂਗਰਸ ਰਗਾਂ ਦੇ ਵਿੱਚ ਕਾਂਗਰਸ ਖੂਨ ਹੈ ਕਿ ਮੈਂ ਕਾਂਗਰਸ ਦੇ ਵਿੱਚ ਹੀ ਕਹਿੰਦਾ ਰਹਾਂਗਾ, ਜਾਣ ਵਾਲਾ ਮੈਂ ਕਿਤੇ ਨਹੀਂ। ਪਰ ਇਹ ਉਹਨਾਂ ਨੇ ਗੱਲ ਸਪਸ਼ਟ ਜ਼ਰੂਰ ਕੀਤੀ ਹੈ ਕਿ ਮੈਂ ਲੋਕਾਂ ਦੇ ਮੁੱਦਿਆਂ ਦੇ ਨਾਲ ਖੜਾ, ਗੁਰੂ ਦੀ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਦੇ ਵਿੱਚ ਜਿਹੜਾ ਆਪਣਾ ਸਟੈਂਡ ਹੈ ਉਹ ਲਗਾਤਾਰ ਕਹਿੰਦੇ ਮੇਰਾ ਸਟੈਂਡ ਇਹੀ ਰਹੂਗਾ। ਸੁਖਵਿੰਦਰ ਜੀ, ਸੁਖਜਿੰਦਰ ਰੰਧਾਵਾ ਹੋਰੀ ਕਾਂਗਰਸ ਦੇ ਆਪਾਂ ਕਹਿ ਸਕਦੇ ਕਿ ਟਕਸਾਲੀ ਕਾਂਗਰਸੀ ਨੇ। ਇਹਨਾਂ ਦੇ ਫਾਦਰ ਸਾਹਿਬ ਵੀ, ਪੂਰੇ ਦਾ ਪੂਰਾ ਜਿਹੜਾ ਪਰਿਵਾਰ ਹੈ ਇਹ ਕਾਂਗਰਸ ਨੂੰ ਸਮਰਪਿਤ ਰਿਹਾ ਹੁਣ ਤੱਕ। ਔਰ ਤੁਸੀਂ ਦੇਖੋਗੇ ਕਿ ਜਿਹੜੀ ਇਹ ਪਿਛਲੇ ਦਿਨਾਂ ਦੇ ਜਦੋਂ ਅਸੀਂ ਗਰੁੱਪਿਜ਼ਮ ਦੀ ਗੱਲ ਕਰਦੇ ਹਾਂ ਤਾਂ ਇਸ ਗਰੁੱਪਿਜ਼ਮ ਦੇ ਵਿੱਚ ਕੁਝ ਗਰੁੱਪ ਐਸੇ ਵੀ ਨੇ ਜਿਹੜੇ ਆਪਣੇ ਆਪ ਨੂੰ ਟਕਸਾਲੀ ਕਾਂਗਰਸੀ ਕਹਾਉਂਦੇ ਨੇ, ਜਿਹੜੇ ਕਹਿੰਦੇ ਨੇ ਕਿ ਸਾਡੇ ਕਰਕੇ ਜਿਹੜੀ ਅੱਜ ਪੰਜਾਬ ਦੀ ਕਾਂਗਰਸ ਹੈ ਉਹ ਸਾਡੇ ਪਰਿਵਾਰਾਂ ਨੇ ਉਹਦੇ ਵਿੱਚ ਬਹੁਤ ਅਹੂਤੀਆਂ ਪਾਈਆਂ ਨੇ, ਬਹੁਤ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਨੇ, ਔਰ ਬਹੁਤ ਸਮਾਂ ਉਹਨਾਂ ਨੇ ਲਗਾਇਆ ਹੈ ਇਹ ਕਾਂਗਰਸ ਦੇ ਵਿੱਚ। ਚਾਹੇ ਤੁਸੀਂ ਦੇਖੋਗੇ ਰਵਨੀਤ ਬਿੱਟੂ ਹੋਰੀ, ਉਹਨਾਂ ਦਾ ਪਰਿਵਾਰ ਹੋਵੇ, ਚਾਹੇ ਸੁਖਜਿੰਦਰ ਰੰਧਾਵਾ ਹੋਰਾਂ ਦਾ ਪਰਿਵਾਰ ਹੋਵੇ, ਔਰ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਆਪਾਂ ਗੱਲ ਕਰ ਲਈਏ, ਇਹ ਜਿਹੜੇ ਵੱਖਰੇ ਵੱਖਰੇ ਪਰਿਵਾਰ ਨੇ, ਇਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਅਸਲੀ ਵਾਰਸ ਅਸੀਂ ਹਾਂ। ਸੋ ਇਹ ਜਿਹੜੇ ਦੂਜੇ ਲੋਕ ਨੇ, ਇਹਦੇ ਵਿੱਚ ਤੁਸੀਂ ਦੇਖੋਗੇ ਚਾਹੇ ਉਹ ਕੈਪਟਨ ਸਾਹਿਬ ਨੇ, ਚਾਹੇ ਜਾਖੜ ਸਾਹਿਬ ਨੇ, ਚਾਹੇ ਨਵਜੋਤ ਸਿੰਘ ਸਿੱਧੂ ਨੇ, ਚਾਹੇ ਮਨਪ੍ਰੀਤ ਬਾਦਲ ਨੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਬੰਦੇ ਬਾਹਰੋਂ ਆ ਕੇ ਅੱਜ ਸਾਡੇ ਉੱਤੇ ਜਿਹੜਾ ਹੈਗਾ ਸੱਤਾ ਕਰ ਰਹੇ ਨੇ, ਸਾਡੇ ਉੱਤੇ ਜਿਹੜੇ ਨੇ ਹਾਵੀ ਨੇ। ਸੋ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਇਹਨਾਂ ਦੀ ਜਿਹੜੀ ਹੈਗੀ ਹੈ ਤੁਹਾਨੂੰ ਵੱਖ-ਵੱਖ ਗਰੁੱਪਾਂ ਦੀ ਦਿਖਾਈ ਦੇਏਗੀ। ਸੋ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਇਸੇ ਲਈ ਉਹਨਾਂ ਦਾ ਜਵਾਬ ਇਹੀ ਹੈ ਸੁਖਜਿੰਦਰ ਰੰਧਾਵਾ ਦਾ ਕਿ ਅਸੀਂ ਤਾਂ ਇਹਦੇ ਲਈ ਬਹੁਤ ਕੰਮ ਕੀਤਾ ਹੈ ਕਾਂਗਰਸ ਲਈ, ਅਸੀਂ ਕਿਉਂ ਕਾਂਗਰਸ ਛੱਡੀਏ। ਸੋ ਇਹ ਬਿਲਕੁਲ ਠੀਕ ਹੈ ਉਹਨਾਂ ਦਾ ਜਵਾਬ। ਹੁਣ ਦੂਜੇ ਪਾਸੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਜਿਹੜੀ ਵੱਡੇ ਮੁੱਦਾ ਜਿਹੜਾ ਉਠਾਇਆ ਉਹਦੇ ਬਾਰੇ ਜਦੋਂ ਗੱਲ ਅਸੀਂ ਸਮਝਦੇ ਹਾਂ ਤਾਂ ਉਹਨਾਂ ਦਾ ਮਤਲਬ ਇਹ ਹੈ ਕਿ ਬਰਗਾੜੀ ਕਾਂਡ ਹੋਈ ਜਾਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜਨੇ ਹੋਏ, ਇਹ ਇੱਕ ਬਹੁਤ ਅਹਿਮ ਮੁੱਦਾ ਹੈ ਪੰਜਾਬੀਆਂ ਦੇ ਲਈ। ਉਸ ਲਈ ਉਹਨਾਂ ਨੇ ਕਿਹਾ ਕਿ ਮੈਂ ਉਸ ਸਟੈਂਡ ਤੇ ਅੱਜ ਵੀ ਖੜਾ
ਕਿ ਭਾਈ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਦੀ ਜ਼ਿੰਮੇਵਾਰੀ ਹੈ। ਕੈਪਟਨ ਸਾਹਿਬ ਮੌਕੇ ਦੇ ਅੱਜ ਦੇ ਆਪਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਨੇ ਔਰ ਗ੍ਰਹਿ ਮੰਤਰੀ ਵੀ ਉਹੀ ਨੇ। ਜੇ ਅੱਜ ਸਿੱਟਾਂ ਬਣਦੀਆਂ ਨੇ ਔਰ ਉਹ ਬੇਸਿੱਟਾਂ ਰਹਿੰਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਇਹਦੀ ਜ਼ਿੰਮੇਵਾਰੀ ਕੌਣ ਕਬੂਲ ਕਰੇਗਾ? ਇਹਦੀ ਜ਼ਿੰਮੇਵਾਰੀ ਕੈਪਟਨ ਸਾਹਿਬ ਨੂੰ ਲੈਣੀ ਚਾਹੀਦੀ ਹੈ। ਉਹ ਬਾਰ-ਬਾਰ ਇਹੀ ਗੱਲ ਕਹਿ ਰਹੇ ਨੇ ਕਿ ਜਿੰਨੀ ਦੇਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੇਗੀ ਉਨੀ ਦੇਰ ਉਹਨਾਂ ਦਾ ਸਟੈਂਡ ਜਿਹੜਾ ਹੈਗਾ ਉਹ ਉਹੀ ਰਹੇਗਾ। ਇਸ ਕਰਕੇ ਕੱਲ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਖੜੇ ਜਿਹੜੇ ਨੇ ਨਜ਼ਰ ਆ ਰਹੇ ਨੇ। ਉਹਨਾਂ ਨੇ ਇਹੀ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਇਹ ਆਵਾਜ਼ ਉਠਾਉਂਦੇ ਨੇ ਕਿ ਭਾਈ ਕਦੋਂ ਇਹ ਜਿਹੜੇ ਦੋਸ਼ੀ ਫੜੇ ਜਾਣਗੇ, ਸਲਾਖਾਂ ਦੇ ਪਿੱਛੇ ਕਦੋਂ ਹੋਣਗੇ, ਤਾਂ ਉਹ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ। ਸੋ ਇਸ ਕਰਕੇ ਵਧੀਆ ਸਟੈਂਡ ਲਿਆ ਹੈ, ਚਾਹੇ ਉਹ ਨਸ਼ਿਆਂ ਦੇ ਮੁੱਦੇ ਦੇ ਉੱਤੇ ਹੋਵੇ, ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਇਹੀ ਗੱਲ ਕਹਿ ਰਹੇ ਨੇ ਲਗਾਤਾਰ। ਉਹ ਇਹੀ ਗੱਲ ਕਹਿ ਰਹੇ ਨੇ ਕਿ ਇਹ ਜਦੋਂ ਚਾਹੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਬੇਅਦਬੀ ਦਾ ਮਸਲਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਹਦਾ ਹੱਲ ਕਰਾਂਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗਾ ਕੈਪਟਨ ਸਾਹਿਬ ਨੇ, ਤਾਂ ਕਿਉਂ ਨਹੀਂ ਅੱਜ 4.5 ਸਾਲਾਂ ਤੋਂ ਬਾਅਦ ਹੋਇਆ? ਸੋ ਇਹੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਕਿ ਸ੍ਰੀ ਗੁਟਕਾ ਸਾਹਿਬ ਹੱਥ ਫੜ ਕੇ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦਾਂਗਾ। ਅੱਜ ਵੀ ਜਿਹੜੇ ਨਸ਼ਿਆਂ ਨਾਲ ਸਾਡੇ ਨੌਜਵਾਨ ਵਿਚਾਰੇ ਮਰ ਰਹੇ ਨੇ। ਬਿਲਕੁਲ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਇਹ ਦੋ ਮੁੱਦਿਆਂ ਦੇ ਵੱਡੇ ਜਿਹੜੇ ਗੰਭੀਰ ਮੁੱਦੇ ਨੇ ਪੰਜਾਬ ਦੇ, ਉਹਨਾਂ ਦੇ ਬਾਰੇ ਸੁਖਜਿੰਦਰ ਰੰਧਾਵਾ ਦਾ ਜਿਹੜਾ ਸਟੈਂਡ ਹੈ ਉਹ ਕਿਤੇ ਨਾ ਕਿਤੇ ਜਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਖੜਾ ਨਜ਼ਰ ਆ ਰਿਹਾ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਗੱਲ ਦੇ ਨਾਲ ਕਾਫੀ ਤਾਕਤ ਮਿਲੀ ਹੋਏਗੀ ਕੱਲ, ਕਿਉਂਕਿ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਆਪਣੇ ਜਿਹੜੇ ਉਹਨਾਂ ਦੇ ਮੰਤਰੀ ਨੇ ਔਰ ਉਹਨਾਂ ਦੀ ਜਿਵੇਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੋਢਿਆਂ ਤੇ ਰੱਖ ਕੇ ਬੰਦੂਕਾਂ ਚਲਾ ਰਹੇ ਸੀਗੇ, ਉਦੋਂ ਕਾਫੀ ਜਿਹੜਾ ਹੈਗਾ ਉਹਨਾਂ ਨੂੰ ਸਹਾਰਾ ਰਿਲੀਫ ਜਿਹੜੀ ਹੈਗੀ ਆ ਇਸ ਬਿਆਨ ਤੋਂ ਮਿਲੀ ਹੋਏਗੀ। ਔਰ ਸੁਖਜਿੰਦਰ ਰੰਧਾਵਾ ਹੋਰਾਂ ਨੇ ਬਹੁਤ ਵਧੀਆ ਗੱਲ ਜਿਹੜੀ ਹੈਗੀ ਹੈ ਕਹੀ ਹੈ, ਔਰ ਉਹਨਾਂ ਨੇ ਕਿਹਾ ਕਿ ਮੈਂ ਅੱਜ ਮੁੱਕਰਾਂਗਾ ਨਹੀਂ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਮਿਲਿਆ, ਮੇਰੀ ਉਹਨਾਂ ਨਾਲ ਮੀਟਿੰਗ ਨਹੀਂ ਹੋਈ, ਉਹਨਾਂ ਨੇ ਕਿਹਾ ਮੇਰੀ ਮੀਟਿੰਗ ਹੋ ਚੁੱਕੀ ਹੈ ਔਰ ਇਸੇ ਮੁੱਦੇ ਦੇ ਉੱਤੇ ਮੈਂ ਉਹੀ ਸਟੈਂਡ ਮੇਰਾ ਰਹੇਗਾ, ਅੱਜ ਵੀ ਹੈ, ਪਹਿਲਾਂ ਵੀ ਹੈ, ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰਾ ਇਹੀ ਸਟੈਂਡ ਰਹੇਗਾ ਕਿ ਮੈਂ ਇਹ ਮੁੱਦੇ ਜਿਹੜੇ ਹੈਗਾ ਚੱਕਦਾ ਰਹਾਂਗਾ। ਇਹਨਾਂ ਮੁੱਦਿਆਂ ਕਰਕੇ ਮੈਂ ਜਾਣਿਆ ਜਾਂਦਾ ਹਾਂ, ਕਿਉਂਕਿ ਇਹ ਲੋਕਾਂ ਦੇ ਔਰ ਪੰਜਾਬੀਆਂ ਦੇ, ਖਾਸ ਤੌਰ ਤੇ ਸਿੱਖਾਂ ਦੇ ਬਹੁਤ ਗੰਭੀਰ ਮੁੱਦੇ ਨੇ। ਔਰ ਜੇ ਇਹ ਮੁੱਦੇ ਇੱਧਰ ਉੱਧਰ ਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਨਾ ਕਿਤੇ ਦਾ ਜਿਹੜਾ ਹੈਗਾ ਪੰਜਾਬ ਦੀ ਕਾਂਗਰਸ ਨੂੰ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ। ਸੋ ਇਸ ਕਰਕੇ ਚੰਗਾ ਸਟੈਂਡ ਲਿਆ ਔਰ ਨਵਜੋਤ ਸਿੰਘ ਸਿੱਧੂ ਨੂੰ ਇਸ ਸਟੈਂਡ ਦੇ ਨਾਲ ਕਾਫੀ ਸਹਾਰਾ ਜਿਹੜਾ ਹੈਗਾ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਕੱਲ ਜਿਹੜੀ SIT ਨਵੀਂ ਬਣਾਈ ਗਈ ਹੈ ਗੋਲੀकांड ਦੀ ਜਾਂਚ ਦੇ ਲਈ, ਉਹਨਾਂ ਦੇ ਵੱਲੋਂ ਵੀ ਕੱਲ ਉੱਥੇ ਮੌਕੇ ਤੇ ਜਾ ਕੇ ਜਾਇਜ਼ਾ ਲਿਆ, ਕੋਟਪੂਰਾ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਾ ਕੇ ਜਾਇਜ਼ਾ ਲੈ ਰਿਹਾ। ਕੀ ਲੱਗਦਾ ਕਿ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਰੀਕੇ ਨਾਲ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ, ਕਿ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਤੇ ਪੂਰੀ ਤਰ੍ਹਾਂ ਘਿਰਦੇ ਹੋਏ ਦਿਖਾਈ ਦੇ ਰਹੇ ਨੇ ਕਿ ਜਲਦ ਤੋਂ ਜਲਦ ਹੁਣ ਇਸ ਮਾਮਲੇ ਦੇ ਵਿੱਚ ਇਨਸਾਫ ਮਿਲ ਸਕਦਾ? ਸੁਖਵਿੰਦਰ ਜੀ ਦੇਖੋ, ਕਮਿਸ਼ਨ ਬਣਨ, ਸਿੱਟਾਂ ਬਣਨ, ਹੁਣ ਕੀ ਹੈ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜ਼ੀਰੋ ਹੋ ਗਿਆ। ਅੱਜ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਬਹੁਤ ਵੱਡੀ ਸੱਟ ਲੱਗੀ ਹੈ, ਜਿਹੜੀ ਪਿਛਲੀ ਸਿੱਟ ਦਾ ਬੇਸਿੱਟਾ ਰਹਿ ਜਾਣਾ। ਉਹਦੇ ਕਰਕੇ ਜਿਹੜੀ ਹੁਣ ਨਵੀਂ ਸਿੱਟ ਜਿਹੜੀ ਹੈਗਾ ਲੋਕਾਂ ਨੂੰ ਪਤਾ ਹੈ, ਬੇਸ਼ੱਕ ਉਹਨਾਂ ਨੇ ਕੰਮ ਸ਼ੁਰੂ ਕੀਤਾ, ਬਿਲਕੁਲ ਤੁਹਾਡੀ ਗੱਲ ਮੰਨ ਲੈਂਦੇ ਹਾਂ, ਪਰ ਲੋਕਾਂ ਦਾ ਜਿਹੜਾ ਉਹਨਾਂ ਨੂੰ ਭਰੋਸਾ ਹੈ, ਲੋਕਾਂ ਦਾ ਵਿਸ਼ਵਾਸ ਹੈ, ਉਹ ਗਵਾ ਚੁੱਕੇ ਨੇ। ਇਸ ਕਰਕੇ ਲੋਕ ਉਹਨਾਂ ਨੂੰ ਬਹੁਤਾ ਸਹਿਯੋਗ ਨਹੀਂ ਦੇਣਗੇ, ਲੋਕ ਉਹਨਾਂ ਦੇ ਨਾਲ ਨਹੀਂ ਲੱਗਣਗੇ। ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਹੁਣ ਸਿਰਫ ਜਿਹੜੀ ਹੈਗੀ ਆ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਹੋ ਰਹੀ ਹੈ ਔਰ ਇਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਜਿਹੜਾ ਹੈਗਾ ਬਹੁਤ ਔਖਾ ਹੈ। ਔਰ ਇਸ ਕਰਕੇ ਇੱਕ ਜਿਹੜਾ ਯਕੀਨ ਹੁੰਦਾ ਨਾ, ਜਦੋਂ ਤੁਹਾਡਾ ਭਰੋਸਾ ਉੱਠ ਜਾਏ ਕਿਸੇ ਚੀਜ਼ ਤੋਂ, ਤਾਂ ਉਹ ਭਰੋਸਾ ਦੁਬਾਰਾ ਕਾਇਮ ਹੋਣਾ ਉਹਨੂੰ ਸਮਾਂ ਲੱਗਦਾ ਹੈ। ਇਸ ਕਰਕੇ ਨਵੀਆਂ ਸਿੱਟਾਂ ਜਿਹੜੀਆਂ ਨੇ ਬਣਨਗੀਆਂ, ਹੋਰ ਬਣਨਗੀਆਂ, ਇੱਕ ਤੋਂ ਬਾਅਦ ਦੂਜੀ ਸਿੱਟ ਬਣੇਗੀ, ਪਰ ਲੋਕਾਂ ਦਾ ਜਿਹੜਾ ਭਰੋਸਾ ਹੈ ਇਸ ਵੇਲੇ ਉਹ ਮਹਾਰਾਜਾ ਕੈਪਟਨ ਸਾਹਿਬ ਤੋਂ ਜਿਹੜਾ ਹੈਗਾ ਉੱਠ ਚੁੱਕਿਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਸਿੱਟਾਂ ਤੁਸੀਂ ਬਣਾ ਲਓ, ਭੇਜ ਦਿਓ ਲੋਕ ਉਹਨਾਂ ਨੂੰ ਔਰ ਕਾਰਵਾਈਆਂ ਉਹ ਸ਼ੁਰੂ ਕਰ ਦੇਣ, ਪਰ ਲੋਕਾਂ ਦਾ ਸਹਿਯੋਗ ਜਿਹੜਾ ਹੈਗਾ ਉਹਨਾਂ ਨੂੰ ਨਹੀਂ ਮਿਲੇਗਾ। ਔਰ ਇਸ ਕਰਕੇ ਲੋਕ ਵੀ ਇਹ ਕਹਿ ਰਹੇ ਨੇ ਕਿ ਭਾਈ ਜਿਹੜੀ ਪਹਿਲਾਂ ਸਿੱਟਾਂ ਬਣਾਈਆਂ ਸੀ, ਜਿਹੜੇ ਪਹਿਲੇ ਨਤੀਜੇ ਨਿਕਲੇ ਸੀ, ਚਾਹੇ ਉਹ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਹੋਣ, ਜਸਟਿਸ ਜ਼ੋਰਾ ਸਿੰਘ ਜੀ ਦੇ ਹੋਣ, ਜਾਂ ਇਹ ਜਿਹੜੀ ਵੱਖਰੀ ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਸਿੱਟ ਹੋਵੇ,
ਇਹਨਾਂ ਦੇ ਵਿੱਚੋਂ ਸਿੱਟਾ ਕੀ ਨਿਕਲਿਆ, ਇਹਨਾਂ ਦੇ ਵਿੱਚੋਂ ਕੱਢਿਆ ਕੀ। ਸੋ ਬਾਰ-ਬਾਰ ਇਹ ਗੱਲਾਂ ਕਰਨੀਆਂ, ਬਾਰ-ਬਾਰ ਜਿਹੜਾ ਹੈਗਾ ਲੋਕਾਂ ਨੂੰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣਾ, ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਸਮਝ ਚੁੱਕੇ ਨੇ ਔਰ ਉਹਨਾਂ ਦਾ ਵਿਸ਼ਵਾਸ, ਚਾਹੇ ਸਿੱਟਾਂ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਹੋਣ, ਉਹਨਾਂ ਤੋਂ ਮੈਨੂੰ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ। ਇਸ ਕਰਕੇ ਸਿੱਟਾਂ ਬਣਨਗੀਆਂ, ਕੰਮ ਸ਼ੁਰੂ ਹੋਏਗਾ, ਖਤਮ ਹੋਏਗਾ, ਰਿਪੋਰਟਾਂ ਆਉਣਗੀਆਂ, ਰਿਪੋਰਟਾਂ ਜਾਣਗੀਆਂ, ਪਰ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਉਹ ਜਿੱਤ ਨਹੀਂ ਪਾਉਣਗੇ ਕੈਪਟਨ ਸਾਹਿਬ। ਸੋ ਇਸ ਕਰਕੇ ਕੈਪਟਨ ਸਾਹਿਬ ਦੀ ਵੱਡੀ ਹਾਰ ਹੈ ਔਰ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ 22 ਦੇ ਵਿੱਚ ਇਹਦਾ ਖਮਿਆਜਾ ਕੈਪਟਨ ਸਾਹਿਬ ਨੂੰ ਭੁਗਤਣਾ ਪੈ ਸਕਦਾ ਹੈ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨਾ ਹੈ, ਖਬਰ ਅਤੇ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਆਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਪੂਰੀਆਂ ਖਬਰਾਂ ਤੇ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ, ਇੱਕ ਗੱਲ ਜਿਹੜੀ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ 'ਚ ਕੁਝ ਵੱਡੀਆਂ ਤੇ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਦਿਓ ਇਜਾਜ਼ਤ।